ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਵਰ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਫਿਰ ਤੋਂ ਖਾਸ ਅਪਡੇਟਸ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਪੰਜਾਬ ਦੇ ਵਿੱਚ ਦਿਨ ਅਹਿਮ ਹੈ ਸਿਆਸੀ ਤੌਰ ਤੇ ਉੱਤੇ, ਕਿਉਂਕਿ ਪੰਜਾਬ ਦੀ ਕੈਬਨਿਟ ਬੈਠਕ ਹੈ। ਇਸ ਕੈਬਨਿਟ ਬੈਠਕ ਦੇ ਵਿੱਚ ਆਗਾਮੀ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਚਰਚਾਵਾਂ ਹੋਣੀਆਂ ਹਨ, ਜਿਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਜੋ ਹੋਏ ਸੀ ਉਹਨਾਂ ਨੂੰ ਦੁਬਾਰਾ ਪੇਸ਼ ਕੀਤਾ ਜਾ ਸਕਦਾ ਹੈ। ਪੁਰਾਣੇ ਕੰਟਰੈਕਟ ਫਾਰਮਿੰਗ जो एक्ट है पंजाब का उन्होंने खत्म किया जा सकता, जो अकाली भाजपा सरकार के वेले पास होया सी। उसनूं लैके भी पिछले दिन सुनील जाखड़ का बयान सी, उसते भी चर्चावां अज की कैबिनेट बैठक के विच होणगीआं। वड्डियां चर्चावां जो हो सकदियां ने उन्हां दे उत्ते गलबात करांगे। सुरिंदर डल्ला होणां तो जाणांगे कि आखिरकार अज दा कैबिनेट बैठक नूं किदां वेख रहे ने विधान सभा सैशन तो पहलां। ਤੇ ਦੂਜੇ ਪਾਸੇ ਗੱਲ ਰਹੇਗੀ ਪੰਜਾਬ ਦਾ ਸਿਆਸੀ ਭਵਿੱਖ ਹੁਣ ਕਿੱਧਰ ਨੂੰ ਜਾਏਗਾ। ਪੰਜਾਬ ਦੇ ਵਿੱਚ ਭਾਜਪਾ ਜੋ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਕਾਫੀ ਵੱਡੀ ਹਾਰ ਦਾ ਸਾਹਮਣਾ ਕਰ ਚੁੱਕੀ ਹੈ, ਉਸ ਦਾ ਸਿਆਸੀ ਭਵਿੱਖ ਕੀ ਰਹੇਗਾ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਰਹੇਗਾ, ਕਿਉਂਕਿ ਅਕਾਲੀ ਦਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਤੀਜੇ ਨੰਬਰ ਤੋਂ ਦੂਜੇ ਨੰਬਰ ਤੇ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਆ ਚੁੱਕੇ ਹੈ। ਸੋ ਸਾਰੀ ਗੱਲਬਾਤ ਪੰਜਾਬ ਦੀ ਸਿਆਸਤ ਦੇ ਆਲੇ ਦੁਆਲੇ ਰਹੇਗੀ ਤੇ ਨਾਲ ਹੀ ਗੱਲਬਾਤ ਕਿਸਾਨ ਅੰਦੋਲਨ ਦੇ ਤਹਿਤ ਵੀ ਕਰਾਂਗੇ। ਜੋ ਕੱਲ ਦਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ ਰੇਲ ਰੋਕੂ ਅੰਦੋਲਨ ਦਾ, ਬੜੀ ਸ਼ਾਂਤਮਈ ਤਰੀਕੇ ਦੇ ਨਾਲ ਉਹ ਸਮਾਪਤ ਹੋਇਆ ਤੇ ਅਗਲੇ ਐਲਾਨ ਕਿਸਾਨਾਂ ਦੇ ਵੱਲੋਂ ਹੁਣ ਕੀਤੇ ਜਾਣੇ ਨੇ। ਕਿੱਧਰ ਨੂੰ ਕਿਸਾਨ ਅੰਦੋਲਨ ਦਾ ਰੁਖ ਜਾਏਗਾ, ਉਹ ਵੀ ਗੱਲਬਾਤ ਇਸੇ ਪ੍ਰੋਗਰਾਮ ਦੇ ਵਿੱਚ ਰਹੇਗੀ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਚਰਚਾਵਾਂ ਤੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਨਾਲ ਹੀ ਜੀ। ਡੱਲਾ ਜੀ, ਜੋ ਅੱਜ ਦੀ ਕੈਬਨਿਟ ਬੈਠਕ ਹੋਣ ਜਾ ਰਹੀ ਹੈ, ਪੰਜਾਬ ਦੇ ਸਾਰੇ ਮੰਤਰੀ ਉਸ ਦੇ ਵਿੱਚ ਹਾਜ਼ਰ ਹੋਣਗੇ ਤੇ ਉਮੀਦ ਹੈ ਕਿ ਕੋਈ ਵੱਡੇ ਫੈਸਲੇ ਵੀ ਲੈ ਸਕਦੇ ਨੇ। ਤੁਸੀਂ ਕਿੱਦਾਂ ਵੇਖ ਰਹੇ ਹੋ, ਕਿਉਂਕਿ ਆਗਾਮੀ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇੱਕ ਰਸਮੀ ਤੌਰ ਦੇ ਉੱਤੇ ਵੀ ਇਸ ਮੀਟਿੰਗ ਨੂੰ ਮੰਨਿਆ ਜਾ ਰਿਹਾ ਕਿ ਜੋ ਅੱਜ ਦੀ ਕੈਬਨਿਟ ਬੈਠਕ ਹੈ। ਦੇਖੋ, ਇੱਕ ਤਾਂ ਅੱਜ ਦੀ ਕੈਬਨਿਟ ਬੈਠਕ ਵੀ ਮੈਨੂੰ ਲੱਗਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਣੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਹ ਕੈਬਨਿਟ ਬੈਠਕ ਬੁਲਾਈ ਹੈ, ਮੰਤਰੀ ਮੰਡਲ ਦੀ ਬੈਠਕ, ਇਹ ਬੈਠਕ ਬਹੁਤ ਵੱਡਾ ਇੱਕ ਸਿਆਸੀ ਪ੍ਰਭਾਵ ਪੰਜਾਬ ਦੀ ਸਿਆਸਤ ਤੇ ਛੱਡੂਗੀ। ਉਹ ਕਿਵੇਂ? ਇੱਕ ਤਾਂ ਇਹ ਫੈਸਲਾ ਹੋ ਜਾਣਾ ਹੈ ਕਿ ਅਕਾਲੀ ਦਲ ਦੇ ਰਾਜ ਵੇਲੇ ਜਿਹੜੇ ਕੰਟਰੈਕਟ ਫਾਰਮਿੰਗ ਦੇ ਕਾਨੂੰਨ ਸੀ ਉਹ ਰੱਦ ਕਰ ਦੇਣੇ ਇਸ ਸਰਕਾਰ ਨੇ, ਕਿਉਂਕਿ ਬਾਰ-ਬਾਰ ਸਵਾਲ ਕੇਂਦਰ ਵਾਲੇ ਵੀ ਉਠਾ ਰਹੇ ਸੀ ਕਿ ਕੰਟਰੈਕਟ ਫਾਰਮਿੰਗ ਦੇ ਤਾਂ ਪੰਜਾਬ 'ਚ ਪਹਿਲਾਂ ਹੀ ਕਾਨੂੰਨ ਬਣੇ ਹੋਏ ਨੇ। ਚਲੋ, ਇੱਕ ਤਾਂ ਇਹ ਗੱਲਾਂ ਆ ਰਹੀਆਂ ਨੇ। ਦੂਸਰਾ, ਇੱਕ ਬਹੁਤ ਵੱਡੀ ਗੱਲ ਕੈਪਟਨ ਅਮਰਿੰਦਰ ਨੇ ਫੇਰ ਕਰਨੀ ਹੈ। ਉਹ ਕੀ ਕਰਨੀ ਹੈ ਕਿ ਮਤੇ ਜਿਹੜੇ ਪਾਏ ਸੀ ਮੰਤਰੀ ਮੰਡਲ ਦੀ ਬੈਠਕ 'ਚ ਪਿਛਲੀ ਵਾਰੀ, ਵਿਧਾਨ ਸਭਾ 'ਚ ਜਿਹੜੇ ਮਤੇ ਪਏ ਸੀ, ਵਿਧਾਨ ਸਭਾ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ, ਉਹਦੇ 'ਚ 3 ਖੇਤੀ ਕਾਨੂੰਨਾਂ ਖਿਲਾਫ ਮਤੇ ਪਏ ਸੀ। ਖੇਤੀ ਕਾਨੂੰਨ ਇੱਕ ਤਰ੍ਹਾਂ ਨਾਲ ਰੱਦ ਕੀਤੇ ਸੀ ਔਰ ਨਵੀਆਂ ਮਦਾਂ ਪੰਜਾਬ ਵਾਲੀਆਂ ਜੋੜੀਆਂ ਸੀ। 3 ਸਾਲ ਦੀ ਸਜ਼ਾ ਵਾਲੀ ਮਦ ਵੀ ਜਿਹੜੀ ਹੈ ਉਹ ਸੋਧੇ ਹੋਏ ਬਿੱਲ ਦੇ ਵਿੱਚ ਸੀ। ਹੁਣ ਨਵੇਂ ਸਿਰੇ ਤੋਂ ਫੇਰ ਇਹ ਸਾਰੀਆਂ ਚੀਜ਼ਾਂ ਕੈਪਟਨ ਅਮਰਿੰਦਰ ਕਰਨਗੇ। ਔਰ ਇਸ ਅੱਜ ਦੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਗਗਨ, ਨਵੇਂ ਸਿਰੇ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਨਵੇਂ ਸਿਰੇ ਤੋਂ ਕੈਪਟਨ ਅਮਰਿੰਦਰ ਵਿਧਾਨ ਸਭਾ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਕੈਪਟਨ ਅਮਰਿੰਦਰ ਦੱਸਣਗੇ ਕਿ ਵਿਧਾਨ ਸਭਾ ਸੈਸ਼ਨ ਦੀ ਤਰੀਕ ਕੀ ਰਹੂਗੀ, ਡੇਟਾਂ ਦਾ ਐਲਾਨ ਕਰਨਗੇ ਉਹ ਵਿਧਾਨ ਸਭਾ ਸੈਸ਼ਨ ਦੇ। ਉਹਦਾ ਫਰਕ ਇਹ ਪਊਗਾ ਕਿ ਅਗਰ 5-7-10 ਦਿਨਾਂ 'ਚ ਵਿਧਾਨ ਸਭਾ ਸੈਸ਼ਨ ਹੁੰਦਾ ਹੈ ਤੇ ਇੱਕ ਭੂਮਿਕਾ ਤਿਆਰ ਹੋਊਗੀ ਇਸ ਵਿਧਾਨ ਸਭਾ ਸੈਸ਼ਨ ਦੀ ਅਹਿਮੀਅਤ ਦੀ। ਹੁਣ ਇਸ ਵਿਧਾਨ ਸਭਾ ਸੈਸ਼ਨ ਦੀ ਅਹਿਮੀਅਤ ਇਸ ਕਰਕੇ ਹੈ ਕਿ ਇੱਕ ਵਾਰੀ ਫੇਰ ਇਹ ਵਿਧਾਨ ਸਭਾ ਦੇ ਸੈਸ਼ਨ 'ਚ ਜਿਹੜੇ 3 ਖੇਤੀ ਕਾਨੂੰਨ ਨੇ ਉਹਨਾਂ ਮਤੇ ਪਾ ਕੇ ਉਹਨਾਂ ਨੂੰ ਫੇਰ ਇੱਕ ਤਰੀਕੇ ਨਾਲ ਰੱਦ ਕੀਤਾ ਜਾਊਗਾ ਔਰ ਉਹਨਾਂ 'ਚ ਸੋਧਾਂ ਲਿਆਂਦੀਆਂ ਜਾਣਗੀਆਂ। ਫਿਰ ਉਹ ਸੋਧ ਮਤੇ ਪਾਸ ਕੀਤੇ ਜਾਣਗੇ। ਹੁਣ ਮੰਨਿਆ ਇਹ ਜਾਂਦਾ ਹੈ ਕਿ ਅਗਰ ਸਰਕਾਰ ਕੋਈ ਵੀ ਬਿੱਲ ਪਾਸ ਕਰਕੇ ਗਵਰਨਰ ਕੋਲੇ ਭੇਜਦੀ ਹੈ ਤੇ ਗਵਰਨਰ ਪਹਿਲੀ ਵਾਰੀ ਅਗਰ ਮੋੜ ਦਿੰਦਾ ਹੈ ਤੇ ਅਗਰ ਵਿਧਾਨ ਸਭਾ ਦੁਬਾਰਾ ਉਹ ਬਿੱਲ ਪਾਸ ਕਰਕੇ ਗਵਰਨਰ ਕੋਲੇ ਭੇਜੇ ਤੇ ਫਿਰ ਉਹ ਗਵਰਨਰ ਨੂੰ ਸਵੀਕਾਰ ਕਰਨੇ ਪੈਂਦੇ। ਹੁਣ ਗਵਰਨਰ ਕੀ ਦੂਜੀ ਵਾਰੀ ਇਹ ਸੋਧ ਮਤੇ ਤੇ ਪੰਜਾਬ ਦੇ ਖੇਤੀ ਕਾਨੂੰਨ ਸਵੀਕਾਰ ਕਰਨਗੇ, ਰਾਸ਼ਟਰਪਤੀ ਕੋਲੇ ਭੇਜਣਗੇ, ਕਿਉਂਕਿ ਕੁਝ ਕੇਂਦਰੀ ਕਾਨੂੰਨ ਨੇ, ਇਸ ਕਰਕੇ ਉਹ ਰਾਸ਼ਟਰਪਤੀ ਕੋਲੇ ਭੇਜਣੇ ਪੈਣੇ। ਅਗਰ ਨਹੀਂ ਭੇਜਦੇ ਤੇ ਫਿਰ ਪੰਜਾਬ ਦੀ ਸਰਕਾਰ ਦਾ ਇਹਨਾਂ ਖੇਤੀ ਕਾਨੂੰਨਾਂ ਦੇ ਪ੍ਰਤੀ ਇੱਕ ਕਾਨੂੰਨੀ ਲੜਾਈ ਲੜਨ ਦਾ ਜਿਹੜਾ ਆਧਾਰ ਹੈ ਉਹ ਬਣਦਾ। ਅਗਰ ਦੂਜੀ ਵਾਰੀ ਵੀ ਪੰਜਾਬ ਦੀ ਵਿਧਾਨ ਸਭਾ ਸੋਧ ਮਤੇ ਲਿਆਉਂਦੀ ਹੈ, ਆਪਣੇ ਖੇਤੀ ਕਾਨੂੰਨ ਲਿਆਉਂਦੀ ਹੈ, ਨਵੇਂ ਪੁਰਾਣੇ ਰੱਦ ਕਰਕੇ ਹੋਰ ਕਾਨੂੰਨ ਬਣਾਉਂਦੀ ਹੈ ਤੇ ਉਹ ਗਵਰਨਰ ਕੋਲੇ ਚਲੇ ਜਾਂਦੇ ਨੇ ਇਹਨਾਂ 3 ਕਾਨੂੰਨਾਂ ਨਾਲ ਜੁੜੇ ਹੋਏ। ਔਰ ਅਗਰ ਗਵਰਨਰ ਸਾਹਿਬ ਰਾਸ਼ਟਰਪਤੀ ਕੋਲੇ ਨਹੀਂ ਭੇਜਦੇ ਤਾਂ ਫਿਰ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚ ਜਾ ਸਕਦੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਇੱਕ ਵੱਡੀ ਭੂਮਿਕਾ ਬਣੂਗੀ ਜਿਹੜੀ ਦੂਸਰੀ ਵਾਰੀ ਵਿਧਾਨ ਸਭਾ 'ਚ ਇਹ ਮਤੇ ਸੋਧ ਮਤੇ ਜਾਂ ਕਾਨੂੰਨ ਬਿੱਲ ਪਾਸ ਕੀਤੇ ਜਾਣੇ। ਕਾਨੂੰਨ ਤਾਂ ਉਦੋਂ ਹੀ ਬਣਦਾ ਨਾ ਕੋਈ ਬਿੱਲ ਜਦੋਂ ਗਵਰਨਰ ਦਸਤਖਤ ਕਰਦੇ ਜਾਂ ਰਾਸ਼ਟਰਪਤੀ ਕਰਦੇ। ਸੋ ਬਿੱਲ ਜਿਹੜੇ ਪਾਸ ਹੋਣੇ ਨੇ ਮਤੇ ਬਿੱਲਾਂ ਦੇ ਰੂਪ 'ਚ ਜਿਹੜੇ ਆਉਣੇ ਨੇ ਵਿਧਾਨ ਸਭਾ 'ਚ। ਹੁਣ
ਇਹਦੇ ਨਾਲ ਇੱਕ ਕਾਨੂੰਨੀ ਲੜਾਈ ਦਾ ਆਧਾਰ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਕੋਲੇ ਬਣੇਗਾ। ਦੇਖੋ ਉਂਝ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਸਮਝੌਤੇ ਵੀ ਰੱਦ ਕੀਤੇ ਸੀ 2004 ਵੇਲੇ ਪੰਜਾਬ ਦੀ ਵਿਧਾਨ ਸਭਾ 'ਚ, ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਕਹਿ ਕੇ ਖਤਮ ਕਰਤਾ ਸੀ ਜੀ। ਪਰ ਇੱਥੇ ਤਾਂ ਮਸਲਾ ਡਿਫਰੈਂਟ ਹੈ, ਇੱਥੇ ਮਸਲਾ ਅਲੱਗ ਹੈ। ਅਗਰ ਕੈਪਟਨ ਅਮਰਿੰਦਰ ਹੁਣ ਸੁਪਰੀਮ ਕੋਰਟ 'ਚ ਜਾਂਦੇ ਨੇ ਇਹ ਆਧਾਰ ਬਣਾ ਕੇ ਵੀ ਅਸੀਂ 2 ਵਾਰੀ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਤੇ ਗਵਰਨਰ ਉਹਨਾਂ ਨੇ ਉਹਨਾਂ ਨੂੰ ਰਾਸ਼ਟਰਪਤੀ ਕੋਲੇ ਨਹੀਂ ਭੇਜਿਆ, ਤੇ ਇੱਕ ਸੰਵਿਧਾਨਿਕ ਪ੍ਰਕਿਰਿਆ ਦੇ ਜ਼ਰੀਏ ਗੱਲ ਅੱਗੇ ਵਧੇਗੀ ਜੀ। ਕਿਤੇ ਨਾ ਕਿਤੇ ਸੁਪਰੀਮ ਕੋਰਟ ਇਹਨਾਂ ਮਾਮਲਿਆਂ ਨੂੰ ਫਿਰ ਇੱਕ ਸੰਵਿਧਾਨਿਕ ਬੈਂਚ ਨੂੰ ਵੀ ਭੇਜ ਸਕਦਾ, ਜਿੱਥੇ ਸੰਵਿਧਾਨਿਕ ਬੈਂਚ ਨੂੰ ਆਪਣਾ ਫੈਸਲਾ ਦੇਣਾ ਪਊਗਾ। ਸੋ ਵਿਧਾਨ ਪਾਲਿਕਾ ਦੀ ਕਾਰਗੁਜ਼ਾਰੀ ਜੀ ਉਹਦੇ ਤੇ ਸੁਪਰੀਮ ਕੋਰਟ ਸੰਵਿਧਾਨਿਕ ਬੈਂਚ ਬਣਾ ਸਕਦਾ, ਕੋਈ ਕਨਸਟੀਟਿਊਸ਼ਨਲ ਬੈਂਚ ਜਿਹਨੂੰ ਕਹਿੰਦੇ ਨੇ। ਸੋ ਮਤਲਬ ਇਹ ਮਸਲਾ ਜਿਹੜਾ ਇਹ ਬਹੁਤ ਇੱਕ ਵੱਡਾ ਮਸਲਾ ਫਿਰ ਇਹ ਬਣ ਸਕਦਾ ਆਉਣ ਵਾਲੇ ਸਮੇਂ 'ਚ। ਪਰ ਅਗਰ ਪੰਜਾਬ ਦੀ ਸਰਕਾਰ ਕਾਨੂੰਨੀ ਤੌਰ ਤੇ ਲੜਾਈ ਲੜਦੀ ਹੈ ਤੇ ਮੈਂ ਇਹਦਾ ਸਵਾਗਤ ਕਰੂੰਗਾ। ਕਿਉਂ? ਉਹ ਇਸ ਕਰਕੇ ਕਿ 2 ਤਰ੍ਹਾਂ ਦੀਆਂ ਗੱਲਾਂ ਦੁਨੀਆ ਇਸ ਵਕਤ ਕਰ ਰਹੀ ਹੈ ਗਗਨ। ਇੱਕ ਪਾਸੇ ਤਾਂ ਇਹ ਗੱਲਾਂ ਹੋ ਰਹੀਆਂ ਨੇ ਕਿ ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨ ਬਣਾਉਣੇ ਸੂਬਿਆਂ ਦਾ ਵਿਸ਼ਾ ਹੈ। ਇੱਕ ਪਾਸੇ ਤਾਂ ਲੋਕ ਕਹਿੰਦੇ ਖੇਤੀਬਾੜੀ ਕਾਨੂੰਨ ਬਣਾਉਣਾ ਸੂਬਿਆਂ ਦਾ ਵਿਸ਼ਾ ਹੈ, ਕਿਸਾਨ ਸੰਗਠਨ ਵੀ ਕਹਿੰਦੇ ਨੇ ਸਾਰੇ। ਪਰ ਦੂਜੇ ਪਾਸੇ ਕਿਸਾਨ ਸੰਗਠਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਅਸੀਂ ਸੋਧ ਮਤੇ ਜਾਂ ਬਿੱਲ ਪਾਸ ਕੀਤੇ ਆ ਉਹਨਾਂ ਦੀ ਗੱਲ ਹੀ ਨਹੀਂ ਬੁਲੰਦ ਕੀਤੀ। ਸਾਡੇ ਸਾਰੇ ਜਿਹੜੇ ਖੇਤੀਬਾੜੀ ਸੰਗਠਨ ਨੇ ਇਹ ਸਿਰਫ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸੇ ਇਹਨਾਂ ਨੇ ਆਪਣਾ ਅੰਦੋਲਨ ਚਲਾਇਆ। ਇਹਨਾਂ ਨੇ ਕਿਤੇ ਗੱਲ ਨਹੀਂ ਕੀਤੀ ਵੀ ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਸੋਧ ਮਤੇ ਸੀ ਸਾਡੇ ਉਹ ਬਿੱਲ ਪਾਸ ਕਰਾ ਕੇ ਦਿਓ ਰਾਸ਼ਟਰਪਤੀ ਤੋਂ। 3 ਸਾਲ ਦੀ ਸਜ਼ਾ ਦਾ ਕਾਨੂੰਨ ਆਪਣੇ ਆਪ ਨਾਲ ਆ ਜਾਣਾ ਸੀ। ਸੋ ਕਿਤੇ ਨਾ ਕਿਤੇ ਮੈਂ ਇਹ ਵੀ ਕਹੂੰਗਾ ਸਾਡੇ ਜਿਹੜੇ ਕਿਸਾਨ ਸੰਗਠਨਾਂ ਦੇ ਲੀਡਰ ਨੇ ਬੜੇ ਕਾਬਲ ਨੇ ਜੀ, ਬੜੇ ਕਾਬਲ ਨੇ। ਮੈਂ ਉਹਨਾਂ ਦੀ ਕਾਬਲੀਅਤ ਤੇ ਸਵਾਲ ਨਹੀਂ ਚੱਕਦਾ, ਪਰ ਉਹ ਸ਼ਾਇਦ ਭੁੱਲ ਗਏ ਕਿ ਪੰਜਾਬ 'ਚ ਵਿਧਾਨ ਸਭਾ ਵੀ ਹੈ ਤੇ ਵਿਧਾਨ ਸਭਾ 'ਚ ਜਿਹੜੇ ਅਸੀਂ ਕਾਨੂੰਨ ਪਾਸ ਕੀਤੇ ਨੇ ਅਸੀਂ ਉਹਨਾਂ ਦੀ ਗੱਲ ਵੀ ਚੱਕ ਲਈਏ। ਔਰ ਅਗਰ ਕਿਸਾਨ ਪੰਜਾਬ ਦੀਆਂ ਸੰਗਠਨਾਂ, ਪੰਜਾਬ ਦੇ ਕਿਸਾਨ ਸੰਗਠਨ, ਵੱਡੇ ਵੱਡੇ ਲੀਡਰ ਜਿਹੜੇ ਹੁਣ ਪੂਰੇ ਮੁਲਕ ਦੇ ਲੀਡਰ ਨੇ, ਉਹ ਕੇਂਦਰ ਦੇ ਬਿੱਲਾਂ ਦੇ ਉੱਤੇ ਹੀ ਉਹਨਾਂ ਨੇ ਆਪਣਾ ਸਾਰਾ ਜ਼ੋਰ ਲਾਤਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਬਿੱਲ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਹੈ ਜੀ। ਜਿਵੇਂ ਲਿਫਾਫੇ 'ਚ ਜਿਹੜੀ ਆਖਰੀ ਬ੍ਰੈਡ ਰਹਿ ਜਾਂਦੀ ਹੈ ਨਾ, ਕਈ ਵਾਰੀ ਆਪਾਂ ਖਾਂਦੇ ਹੀ ਨਹੀਂ ਜੀ, ਉਹ ਸਖਤ ਹੁੰਦੀ ਥੋੜੀ ਜੀ, ਉਹ ਉਵੇਂ ਹੀ ਛੱਡ ਦਿੰਦੇ ਆ। ਤੇ ਫਿਰ ਜਦੋਂ ਸ਼ਾਮ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਰੋਟੀ ਵੀ ਨਹੀਂ ਹੁੰਦੀ 4-5 ਵਜੇ ਘਰੇ, ਕਿਉਂਕਿ ਦੁਪਹਿਰੇ ਤਾਂ ਰੋਟੀ ਖਾਧੀ ਹੁੰਦੀ ਆਪਾਂ 1-1:30 ਵਜੇ, ਤੇ ਫਿਰ 5 ਵਜੇ ਚਾਹ ਨਾਲ ਆਪਾਂ ਉਹ ਪੁਰਾਣੀ ਬ੍ਰੈਡ ਲੱਭਦੇ ਹਾਂ ਵੀ ਹੁਣ ਭੁੱਖ ਇੰਨੀ ਜ਼ਿਆਦਾ ਲੱਗੀ, ਹੋਰ ਕੁਛ ਹੈ ਨਹੀਂ, ਉਹ ਰਾਤ ਵਾਲੀ ਬ੍ਰੈਡ ਪਈ ਹੋਣੀ, ਆਖਿਰ ਵਾਲਾ ਪੀਸ ਉਹੀ ਚੱਕ ਲਿਆਓ। ਫਿਰ ਉਹ ਆਪਾਂ ਚਾਹ 'ਚ ਭੋਰ ਕੇ ਜਾਂ ਦੁੱਧ 'ਚ ਪਾ ਕੇ ਫਿਰ ਉਹ ਆਪਾਂ ਨੂੰ ਸਵਾਦ ਬੜੀ ਲੱਗਦੀ। ਸੋ ਹੁਣ ਜਦੋਂ ਖੇਤੀ ਕਾਨੂੰਨਾਂ ਤੇ ਕੇਂਦਰ ਵੀ ਅੜਿਆ ਹੋਇਆ ਤੇ ਅਸੀਂ ਪੰਜਾਬ ਦੇ ਵਿਧਾਨ ਸਭਾ ਦੇ ਕਾਨੂੰਨਾਂ ਵਾਲੇ ਪਾਸੇ ਧਿਆਨ ਹੀ ਨਹੀਂ ਦੇ ਰਹੇ, ਤੇ ਮੈਨੂੰ ਪੂਰਾ ਭਰੋਸਾ ਹੈ ਵੀ ਸ਼ਾਇਦ ਉਹ ਸਮਾਂ ਆ ਸਕਦਾ ਹੈ ਕਿ ਸਾਰੇ ਕਿਸਾਨ ਸੰਗਠਨ ਫਿਰ ਪੰਜਾਬ ਦੇ ਇਹ ਕਾਨੂੰਨਾਂ ਵਾਲੇ ਪਾਸੇ ਆਪਣਾ ਅੰਦੋਲਨ ਛੇੜਨ ਵੀ ਉਹਨਾਂ ਨੂੰ ਲੱਗੇ ਵੀ ਅਸੀਂ ਪੰਜਾਬ ਵਾਲੀ ਤਾਂ ਗੱਲ ਕੀਤੀ ਹੋਈ ਨਹੀਂ। ਸੋ ਪੰਜਾਬ ਦੀ ਵਿਧਾਨ ਸਭਾ ਆਪਾਂ ਕਾਹਦੇ ਲਈ ਰੱਖੀ ਹੈ? ਮੈਂ ਹਮੇਸ਼ਾ ਕਹਿੰਦਾ ਹੁੰਦਾ ਐਡੀ ਸਾਡੀ ਸਤਿਕਾਰਯੋਗ ਵਿਧਾਨ ਪਾਲਿਕਾ ਹੈ, ਆਪਾਂ ਉਹਦੇ 'ਚ ਅਗਰ ਕੋਈ ਮਤੇ ਪਾਸ ਕਰਦੇ ਹਾਂ, ਕੋਈ ਸਾਡੀ ਵਿਧਾਨ ਸਭਾ ਉਹਦੇ 'ਚ ਬਿੱਲ ਪਾਸ ਕਰਦੀ ਹੈ, ਆਪਾਂ ਉਹਨਾਂ ਦੀ ਗੱਲ ਵੀ ਚੱਕੀਏ। ਸੋ ਕਿਸਾਨ ਅੰਦੋਲਨ ਹੈ ਜਿਹੜਾ, ਕਿਸਾਨ ਜਿਹੜੇ ਸਾਰੇ ਸੰਗਠਨ ਨੇ ਉਹ ਇੱਕੋ ਰੂਟ ਤੇ ਤੁਰ ਰਹੇ ਨੇ ਇਸ ਵਕਤ, ਦਿੱਲੀ ਵਾਲੇ ਰੂਟ ਤੇ। ਤੇ ਉਹ ਸਾਡੇ ਪੰਜਾਬ ਕੋਲੇ ਆਪਣੇ ਕੋਲੇ ਜਿਹੜੀ ਤਾਕਤ ਹੈ ਵਿਧਾਨ ਸਭਾ ਦੀ, ਉਸ ਪਾਸੇ ਅਸੀਂ ਆਪ ਹੀ ਧਿਆਨ ਨਹੀਂ ਦੇ ਰਹੇ। ਸੋ ਇਹ ਦੇਰ ਨੂੰ ਆਵੇ, ਭਾਵੇਂ ਕਿਸਾਨ ਸੰਗਠਨਾਂ ਦੇ ਸਮਝ 'ਚ ਗੱਲ ਜ਼ਰੂਰ ਆਊਗੀ ਕਿ ਅਸੀਂ ਇੱਕ ਸ਼ਾਇਦ ਭੁੱਲ ਕਰ ਗਏ। ਪਰ ਹੁਣ ਕੈਪਟਨ ਅਮਰਿੰਦਰ ਫਿਰ ਵਿਧਾਨ ਸਭਾ 'ਚ ਮਤੇ ਫਿਰ ਪਾਸ ਕਰੂਗਾ ਤੇ ਸੁਪਰੀਮ ਕੋਰਟ 'ਚ ਕਾਨੂੰਨੀ ਲੜਾਈ ਦਾ ਇੱਕ ਆਧਾਰ ਬਣੂਗਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਅਸੀਂ ਆਪਣੀ ਵਿਧਾਨ ਸਭਾ ਤੇ ਪਹਿਰਾ ਦਈਏ। ਜੇ ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ ਤੇ ਅਸੀਂ ਕਾਨੂੰਨ ਵਿਧਾਨ ਸਭਾ 'ਚ ਪਾਸ ਕੀਤੇ, ਉਹਦੇ ਤੇ ਸਿਰਫ ਦਸਤਖਤ ਹੋਣੇ, ਉਹ ਕਾਨੂੰਨ ਬਣ ਗਿਆ। ਅਸੀਂ ਉਨੀ ਕੁ ਲੜਾਈ ਵੀ ਨਹੀਂ ਲੜੀ ਕਿਸਾਨ ਸੰਗਠਨਾਂ ਨੇ। ਕਿਸਾਨ ਸੰਗਠਨਾਂ ਨੂੰ ਜ਼ਰੂਰ ਇਸ ਪਾਸੇ ਸੋਚਣਾ ਚਾਹੀਦਾ ਹੈ, ਜਾਂ ਅਗਰ ਉਹ ਮੇਰੀ ਗੱਲ ਨਾਲ ਨਹੀਂ ਸਹਿਮਤ ਤੇ ਕੋਈ ਨਵਾਂ ਫਾਰਮੂਲਾ ਸਾਨੂੰ ਦੱਸਣ ਜਾਂ ਕਾਰਨ ਦੱਸਣ ਵੀ ਪੰਜਾਬ ਵਾਲੇ ਪਾਸੇ ਉਹਨਾਂ ਨੇ ਕਿਉਂ ਨਹੀਂ ਧਿਆਨ ਦਿੱਤਾ, ਉਹਨਾਂ ਦਾ ਧਿਆਨ ਦੇਣਾ ਬਣਦਾ। ਰਹੀ ਗੱਲ ਅਕਾਲੀ ਦਲ ਦੀ, ਆਮ ਆਦਮੀ ਪਾਰਟੀ ਵਾਲਿਆਂ ਦੀ, ਦੇਖੋ ਜਿੱਦਣ ਮਤੇ ਪਾਸ ਹੋਏ ਵਿਧਾਨ ਸਭਾ 'ਚ ਉਦੋਂ ਇਕੱਠੇ ਸੀ। ਹੁਣ ਵੀ ਜਿੱਦਣ ਕੈਪਟਨ ਅਮਰਿੰਦਰ ਨੇ ਮਤੇ ਪਾਸ ਕਰਨੇ ਆ ਨਾ ਜੀ ਦੁਬਾਰਾ, ਅਕਾਲੀ ਦਲ ਤੇ ਆਪ ਵਾਲੇ ਜੇ ਤਾਂ ਇਕੱਠੇ ਹੋ ਗਏ, ਮਤੇ ਸਰਬਸੰਮਤੀ ਨਾਲ ਪਾਸ ਹੋ ਗਏ ਤਾਂ ਵੀ ਚੰਗੀ ਗੱਲ ਹੈ, ਨਹੀਂ ਤਾਂ ਕੈਪਟਨ ਨੇ ਮਤੇ ਪਾਸ ਕਰ ਦੇਣੇ ਆ, ਨਹੀਂ ਤਾਂ ਕੈਪਟਨ ਨੇ ਮਤੇ ਪਾਸ ਕਰ ਦੇਣੇ ਆ। ਫਿਰ ਭਾਵੇਂ ਅਕਾਲੀ ਦਲ ਵਾਲੇ ਕਰਨ, ਆਪ ਵਾਲੇ ਕਰਨ ਜਾਂ ਨਾ ਕਰਨ। ਔਰ ਜੇ ਇਸ ਵਿਧਾਨ ਸਭਾ ਸੈਸ਼ਨ 'ਚ ਜਿਹੜਾ ਕੈਪਟਨ ਅਮਰਿੰਦਰ ਨੇ ਸੱਦਣਾ
ਆਪ ਵਾਲੇ ਨਾ ਗਏ, ਅਕਾਲੀ ਦਲ ਵਾਲੇ ਨਾ ਗਏ, ਇਹਨਾਂ ਦਾ ਰਾਜਨੀਤਿਕ ਤੌਰ ਤੇ ਨੁਕਸਾਨ ਹੋ ਜਾਣਾ। ਫਿਰ ਇਹ ਕੈਪਟਨ ਦਾ ਇੱਕ ਵੱਡਾ ਜਿਹੜਾ ਹੈਗਾ ਇੱਕ ਸਿਆਸੀ ਦਾਅ ਬਣ ਜੂ। ਸੋ ਮੇਰੀ ਇਹ ਬੇਨਤੀ ਹੈ ਕਿ ਅਕਾਲੀ ਦਲ ਨੂੰ ਵੀ, ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ, ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਨਵੇਂ ਸਿਰੇ ਤੋਂ ਸੋਧ ਮਤੇ ਆਉਣੇ ਆ, ਜਿਹੜੇ ਨਵੇਂ ਖੇਤੀ ਕਾਨੂੰਨ ਕੋਈ ਬਣਾਉਣੇ ਆ, ਸਰਬਸੰਮਤੀ ਨਾਲ ਪਾਸ ਕਰਨ ਕਿਸਾਨਾਂ ਦੇ ਹੱਕ 'ਚ। ਔਰ ਪੋਲੀਟੀਕਲ ਪਾਰਟੀਆਂ ਵੀ ਜ਼ੋਰ ਪਾਉਣ ਵੀ ਗਵਰਨਰ ਸਾਹਿਬ ਇਹਨਾਂ ਨੂੰ ਕਾਨੂੰਨ ਬਣਾ ਦਿਓ, ਇਹ ਸਾਡੇ ਸੂਬੇ ਦੇ ਕਾਨੂੰਨ ਨੇ, ਤੇ ਜਿਹੜੇ ਰਾਸ਼ਟਰਪਤੀ ਤੋਂ ਦਸਤਖਤ ਹੋਣੇ ਨੇ ਉਹ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਿਓ। ਇਹ ਮੰਗ ਹੋਣੀ ਚਾਹੀਦੀ ਹੈ। ਸੋ ਇਸ ਗੱਲੋਂ ਕੱਲ ਦੀ ਮੀਟਿੰਗ, ਜਿਹੜੀ ਅੱਜ ਦੀ ਮੀਟਿੰਗ ਹੈ, ਬੜੀ ਇਤਿਹਾਸਿਕ ਹੈ, ਔਰ ਜਿਹੜਾ ਅਗਲਾ ਵਿਧਾਨ ਸਭਾ ਦਾ ਸੈਸ਼ਨ ਹੋਊਗਾ ਉਹ ਵੀ ਬੜਾ ਇਤਿਹਾਸਿਕ ਹੋਊਗਾ। ਤੇ ਢਿੱਲੋਂ ਸਾਹਿਬ, ਉੱਧਰ ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਬੁਲਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ, ਤੇ ਇੱਕ ਪਾਸੇ ਹੁਣ ਸਿਆਸੀ ਤੌਰ ਦੇ ਉੱਤੇ ਘਮਸਾਨ ਪੈਦਾ ਹੋਊਗਾ, ਕਿਉਂਕਿ ਪਹਿਲਾਂ ਜਿਹੜੇ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਸ ਹੋਏ, ਉਦੋਂ ਸਭ ਨੇ ਸਹਿਮਤੀ ਜਤਾਈ, ਪਰ ਬਾਹਰ ਆ ਕੇ ਸਭ ਨੇ ਉਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ। ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਕਾਂਗਰਸ ਲੈ ਗਈ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ, ਤੇ ਉਸ ਦਾ ਨੁਕਸਾਨ ਵੀ ਦੋਈ ਧਿਰਾਂ ਨੂੰ ਹੋਇਆ ਜਿਨ੍ਹਾਂ ਨੇ ਵਿਰੋਧ ਕੀਤਾ। ਦੇਖੋ, ਤੁਸੀਂ ਸਮਝੋ, ਅਗਰ ਹੁਣ ਕੈਪਟਨ ਫਿਰ ਉਸੇ ਮੁੱਦੇ ਤੇ ਸੈਸ਼ਨ ਬੁਲਾਊਗਾ ਜੀ, ਕੈਪਟਨ ਅਮਰਿੰਦਰ ਨੇ ਕਹਿਣਾ ਅਸੀਂ ਫਿਰ ਸੋਧ ਮਤੇ ਪਾਵਾਂਗੇ, ਫਿਰ ਅਸੀਂ ਖੇਤੀ ਕਾਨੂੰਨ ਰੱਦ ਕਰਾਂਗੇ, ਫਿਰ ਅਸੀਂ ਨਵੀਆਂ ਸੋਧਾਂ ਪਾਸ ਕਰਾਂਗੇ। ਕੀ ਹੁਣ ਅਕਾਲੀ ਦਲ ਵਿਰੋਧ ਕਰੂਗਾ? ਕੀ ਹੁਣ ਆਮ ਆਦਮੀ ਪਾਰਟੀ ਵਾਲੇ ਵਿਰੋਧ ਕਰਨਗੇ? ਪਹਿਲੀ ਵਾਰੀ ਤਾਂ ਇਹਨਾਂ ਨੇ ਪਾਸ ਕਰਾਤੇ, ਫਿਰ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬਾਹਰ ਆ ਕੇ ਵੀ ਨਹੀਂ, ਇਹ ਤਾਂ ਅੱਖਾਂ 'ਚ ਘੱਟਾ ਹੈ, ਇਹ ਤਾਂ ਧੋਖਾ ਹੈ। ਪਰ ਕੈਪਟਨ ਅਮਰਿੰਦਰ ਫਿਰ ਉਹਨਾਂ ਮੁੱਦਿਆਂ ਦੀ ਸੈਸ਼ਨ ਬੁਲਾਉਣਗੇ। ਹੁਣ ਜੇ ਹੁਣ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ ਵੀ ਅਸੀਂ ਬਾਈਕਾਟ ਕਰਦੇ ਹਾਂ, ਅਕਾਲੀ ਦਲ ਨੇ ਵਿਰੋਧ ਕਰਤਾ ਅਸੀਂ ਬਾਈਕਾਟ ਕਰਦੇ ਹਾਂ, ਵੱਡੇ ਸਿਆਸੀ ਘਾਟੇ 'ਚ ਰਹਿਣਗੇ ਆਪ ਵਾਲੇ ਵੀ, ਅਕਾਲੀ ਦਲ ਵੀ, ਮੈਨੂੰ ਇਹ ਲੱਗਦਾ। ਕਿਉਂਕਿ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਤੇ ਕੋਈ ਵੀ ਸੋਧ ਆਉਂਦੀ ਹੈ, ਭਾਵੇਂ ਨਵੇਂ ਸਿਰੇ ਤੋਂ ਆਉਂਦੀ ਹੈ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਔਰ ਇਹ ਕੈਪਟਨ ਦਾ ਇੱਕ ਵੱਡਾ ਦਾਅ ਹੋ ਸਕਦਾ ਹੈ। ਦੇਖੋ, ਇਹ ਕੈਪਟਨ ਦਾ ਦਾਅ ਨਹੀਂ, ਅਗਰ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਬਾਈਕਾਟ ਕਰ ਗਏ ਤਾਂ ਫਿਰ ਕੈਪਟਨ ਦਾ ਇਹ ਫੈਸਲਾ ਇੱਕ ਸਿਆਸੀ ਦਾਅ ਬਣ ਜਾਣਾ। ਬਿਲਕੁਲ। ਔਰ ਇਹ ਕਿਸਾਨ ਸੰਗਠਨਾਂ ਨੂੰ ਵੀ ਸਮਝ ਆਊਗਾ ਹੌਲੀ ਹੌਲੀ ਗਗਨ ਕਿ ਪੰਜਾਬ ਦੀ ਵਿਧਾਨ ਸਭਾ ਦੀ ਮਹੱਤਤਾ ਨੂੰ ਵੀ ਅਸੀਂ ਬਰਕਰਾਰ ਰੱਖਣਾ, ਹੈ ਸਾਡੀ ਜ਼ਿੰਮੇਵਾਰੀ ਹੈ ਜੀ। ਕਿਉਂਕਿ ਕਿਸਾਨ ਜਿਨ੍ਹਾਂ ਖੇਤੀ ਕਾਨੂੰਨਾਂ ਦੀ ਮੰਗ ਕਰ ਰਹੇ ਨੇ, ਉਹ ਕੇਂਦਰ ਨਾਲ ਤਾਂ ਉਹਨਾਂ ਦੀ ਮੰਗ ਹੈ, ਠੀਕ ਹੈ, ਪੰਜਾਬ 'ਚ ਜਿਹੜੇ ਪਾਸ ਹੋ ਰਹੇ ਨੇ ਵਿਧਾਨ ਸਭਾ 'ਚ ਉਹਨਾਂ ਦੀ ਪੈਰਵਾਈ ਤਾਂ ਕਰਨੀ ਚਾਹੀਦੀ ਹੈ। ਹੁਣ ਕੈਪਟਨ ਅਮਰਿੰਦਰ ਫਿਰ ਸੁਪਰੀਮ ਕੋਰਟ 'ਚ ਜਾਊਗਾ। ਪਟੇਲ ਸਾਹਿਬ, ਇੱਥੇ ਕਿਤੇ ਨਾ ਕਿਤੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ, ਜਿਸ ਤਰ੍ਹਾਂ ਤੁਸੀਂ ਪੰਜਾਬ ਤੇ ਵਿਧਾਨ ਸਭਾ ਦੇ ਮਤਿਆਂ ਨੂੰ ਲੈ ਕੇ ਗੱਲ ਕਰਦੇ ਹੋ, ਜੋ ਹੁਣ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੈ ਸੰਯੁਕਤ ਕਿਸਾਨ ਮੋਰਚੇ ਦਾ, ਕਿਉਂਕਿ ਪੂਰੇ ਦੇਸ਼ ਦੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ, ਜੇਕਰ ਇਕੱਲੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਜਿਹਾ ਮੁੱਦਾ ਚੁੱਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਾਕੀ ਕਿਸਾਨ ਜਥੇਬੰਦੀਆਂ ਇਸ ਨੂੰ ਲੈ ਕੇ ਆਬਜੈਕਸ਼ਨ ਵੀ ਕਰ ਸਕਦੀਆਂ ਨਹੀਂ, ਕਿਉਂਕਿ ਸੂਬੇ ਦੇ ਕਾਨੂੰਨ ਦੀ ਗੱਲ ਹੋ ਰਹੀ ਹੈ ਨਾ ਜੀ। ਪੂਰੇ ਦੇਸ਼ ਦੇ ਖੇਤੀ ਕਾਨੂੰਨ ਅਲੱਗ ਨੇ, ਸੂਬੇ ਦੇ ਸੋਧ ਮਤੇ ਅਲੱਗ ਨੇ ਜੀ। ਹੁਣ ਤੁਸੀਂ ਦੇਖੋ, ਪੰਜਾਬ 'ਚ ਮਹਾਪੰਚਾਇਤਾਂ ਰੱਦ ਕਰਤੀਆਂ ਨਾ, ਪਰ ਦੇਸ਼ 'ਚ ਤਾਂ ਹੋਣਗੀਆਂ ਨਾ, ਹਰਿਆਣੇ 'ਚ ਵੀ ਹੋਣਗੀਆਂ, ਰਾਜਸਥਾਨ 'ਚ ਵੀ ਹੋਣਗੀਆਂ। ਰਕੇਸ਼ ਟਕੈਤ ਕਹਿੰਦੇ ਅਸੀਂ ਕਰਾਂਗੇ, ਉੱਥੇ ਪੰਜਾਬ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਵੀ ਤੁਸੀਂ ਬਾਕੀ ਸੂਬੇ 'ਚ ਕਰੀ ਚੱਲੋ। ਜਦੋਂ ਪੰਜਾਬ ਦੇ ਕਾਨੂੰਨਾਂ ਦੀ ਗੱਲ ਕਰਨੀ, ਪੰਜਾਬ ਦੇ ਵਿਧਾਨ ਸਭਾ ਦੀ ਗੱਲ ਕਰਨੀ ਹੈ, ਉਦੋਂ ਕਿਸਾਨ ਜਥੇਬੰਦੀਆਂ ਜ਼ਰੂਰ ਕਰ ਸਕਦੀਆਂ ਨੇ, ਪਰ ਕਿਉਂ ਨਹੀਂ ਕਰ ਰਹੀਆਂ ਮੈਨੂੰ ਗੱਲ ਸਮਝ ਨਹੀਂ ਆਈ। ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਦਰੁਸਤ ਕਰ ਦੇਣ, ਮੈਂ ਹੱਥ ਜੋੜ ਕੇ ਮਾਫੀ ਮੰਗ ਲੂੰਗਾ। ਹੋ ਸਕਦਾ ਮੇਰੀ ਜਾਣਕਾਰੀ ਘੱਟ ਹੋਵੇ, ਹੋ ਸਕਦਾ ਨਾ ਜ਼ਰੂਰੀ ਹੋਵੇ। ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਖੇਤੀ ਕਾਨੂੰਨ ਪਾਸ ਹੋਏ ਨੇ ਜਾਂ ਸੋਧ ਮਤੇ ਪਾਸ ਹੋਏ ਨੇ, ਹੋ ਸਕਦਾ ਉਹਨਾਂ ਨੂੰ, ਉਹਨਾਂ ਦੀ ਵਕਾਲਤ ਕਰਨਾ ਗਲਤ ਹੋਵੇ। ਹੋ ਸਕਦਾ ਇਹ ਮੰਗ ਕਰਨੀ ਕਿ ਇਹਨਾਂ ਨੂੰ ਗਵਰਨਰ ਸਾਹਿਬ ਤੋਂ ਦਸਤਖਤ ਕਰਵਾਓ, ਰਾਸ਼ਟਰਪਤੀ ਤੋਂ ਦਸਤਖਤ ਕਰਵਾਓ, ਹੋ ਸਕਦਾ ਇਹ ਮੰਗ ਗਲਤ ਹੋਵੇ ਮੇਰੀ। ਫਿਰ ਸਹੀ ਕੀ ਹੈ? ਫਿਰ ਆਪਾਂ ਪੰਜਾਬ ਦੀ ਵਿਧਾਨ ਸਭਾ ਕਾਹਦੇ ਲਈ ਰੱਖੀ ਹੈ? ਸਿਰਫ ਆਪਾਂ ਬਾਹਰ ਪ੍ਰੋਟੈਸਟ ਕਰਨਾ ਹੈ, ਸਿਰਫ ਆਪਾਂ ਬਾਹਰ ਰਿਪੋਰਟਾਂ ਫਾੜਨੀਆਂ, ਸਿਰਫ ਆਪਾਂ ਬਾਹਰ ਰੇਤੇ ਦੀਆਂ ਢੇਰੀਆਂ ਲਾ ਕੇ ਰੇਤਾ ਵੇਚਣਾ ਪ੍ਰੋਟੈਸਟ 'ਚ, ਹੈ ਜੀ। ਫਿਰ ਕੀ ਆਪਾਂ ਸਿਰਫ ਇਸੇ ਕੰਮ ਲਈ ਹੈ ਵੀ ਆਪਾਂ ਵਿਧਾਇਕ ਪ੍ਰੋਟੈਸਟ ਕਰਾਂਗੇ ਤੇ ਸਾਨੂੰ ਮਾਰਸ਼ਲ ਚੱਕ ਕੇ ਬਾਹਰ ਸੁੱਟ ਦੇਣਗੇ? ਕੀ ਵਿਧਾਨ ਸਭਾ ਇਸੇ ਕੰਮ ਲਈ ਹੈ? ਸੋ ਵਿਧਾਨ ਸਭਾ ਕਾਨੂੰਨ ਬਣਾਉਣ ਲਈ ਹੈ। ਜਿਹੜੇ ਸਾਡੇ ਪੰਜਾਬ ਦੇ ਕਾਨੂੰਨ ਪਾਸ ਕੀਤੇ, ਸਾਡਾ ਫਰਜ਼ ਹੈ ਅਸੀਂ ਉਹਨਾਂ ਕਾਨੂੰਨਾਂ ਦੀ ਵੀ ਪੈਰਵਾਈ ਕਰੀਏ ਕੇਂਦਰ ਅੱਗੇ ਵੀ, ਭਾਈ ਸਾਡੇ ਕਾਨੂੰਨ ਵਿਧਾਨ ਸਭਾ 'ਚ ਪਾਸ ਹੋਏ ਨੇ, ਇਹ ਸਾਨੂੰ ਪਾਸ ਕਰਾ ਕੇ ਦਿਓ ਕੇਂਦਰ ਕੋਲੋਂ। ਇਸ ਕਰਕੇ ਮੈਂ ਇਹ ਕਹਿ ਰਿਹਾ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ ਨੇ ਮਤੇ ਪਾਸ ਕੀਤੇ ਨੇ ਇਸੇ ਤਰਜ਼ ਦੇ ਉੱਤੇ, ਪਹਿਲਾਂ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਰੱਦ ਕੀਤੇ ਸੀ ਤਿੰਨੇ ਖੇਤੀ ਕਾਨੂੰਨ, ਇਹਨਾਂ ਦੀ ਤਰਜ਼ ਦੇ ਉੱਤੇ ਕਈ ਸੂਬਿਆਂ ਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਰੱਦ ਹੋਏ ਨੇ। ਜਿਸ ਤਰ੍ਹਾਂ ਦੇ ਮਤੇ ਹੁਣ ਪੰਜਾਬ ਨੇ ਪਾਏ, ਜੇਕਰ ਸਾਰੀਆਂ ਉਹੀ ਵਿਧਾਨ ਸਭਾਵਾਂ ਜਿਨ੍ਹਾਂ ਨੇ ਰੱਦ ਕੀਤੇ, ਬੇਸ਼ੱਕ ਦਿੱਲੀ ਦੀ ਹੋਵੇ, ਕੇਰਲ ਦੀ ਹੋਵੇ, ਜਾਂ ਫਿਰ ਪੱਛਮੀ ਬੰਗਾਲ ਦੀ ਹੋਵੇ, ਰਾਜਸਥਾਨ ਦੀ ਹੋਵੇ, ਇਹ ਸੇਮ ਮਤੇ ਜੇਕਰ ਕੁਝ ਮਾੜਾ ਮੋਟਾ ਫੇਰ ਬਦਲ ਕਰਕੇ ਉਹ ਵੀ ਲੈ ਕੇ ਆਉਂਦੇ ਨੇ ਤਾਂ ਇਸ ਦਾ ਪ੍ਰਭਾਵ ਕੇਂਦਰ ਦੇ ਉੱਤੇ ਵੱਡਾ ਦਿਖ ਸਕਦਾ। ਨਹੀਂ, ਦੇਖੋ, ਇਹ ਕਾਨੂੰਨੀ ਤਰੀਕਾ ਇੱਕ ਵਿਧਾਨ ਸਭਾ ਦਾ ਹੱਕ ਹੈ ਜੀ। ਜਿਹੜੀ ਚੀਜ਼ ਵਿਧਾਨ ਸਭਾ ਕਰ ਸਕਦੀ ਹੈ ਉਹ ਤਾਂ ਵਿਧਾਨ ਸਭਾ ਨੂੰ ਕਰਨਾ ਚਾਹੀਦਾ ਨਾ, ਹੈ ਜੀ। ਤੁਸੀਂ ਮਹਿਮਾਨ ਆਏ ਦੇ ਅੱਗੇ ਟਰੇ ਰੱਖ ਦਿੰਦੇ ਹੋ ਨਾ ਜੀ,
ਉਹ 'ਚ ਕਾਜੂ ਵੀ ਨੇ, ਬਦਾਮ ਵੀ ਨੇ। ਆਪਾਂ ਪਿੰਡਾਂ ਵਾਲੇ ਤਾਂ ਆਟੇ ਵਾਲੇ ਬਿਸਕੁਟ ਹੀ ਰੱਖਦੇ ਸੀ, ਪੀਪੇ 'ਚੋਂ ਕੱਢ ਲਈਦੇ ਸੀ ਆਟੇ ਵਾਲੇ ਬਿਸਕੁਟ। ਸ਼ਹਿਰ 'ਚ ਤਾਂ ਹੋਰ ਬੜੀਆਂ ਚੀਜ਼ਾਂ ਆ ਗਈਆਂ, ਭੁਜੀਏ ਭੱਜੀਏ ਆ ਗਏ ਕਈ ਤਰ੍ਹਾਂ ਦੇ। ਅੱਜ ਕੱਲ੍ਹ ਤਾਂ ਇਹਦੇ ਤੋਂ ਵੀ ਉੱਪਰਲੀਆਂ ਚੀਜ਼ਾਂ ਆ ਗਈਆਂ, ਕਈ ਵਾਰੀ ਸਮਝ ਨਹੀਂ ਹੁੰਦਾ ਵੀ ਸਾਹਮਣੇ ਰੱਖਿਆ ਕੀ ਹੈ, ਖਾ ਕੇ ਪਤਾ ਲੱਗਦਾ ਵੀ ਸਵਾਦ ਹੈ, ਪਰ ਮਰਜ਼ੀ ਤਾਂ ਮਹਿਮਾਨ ਦੀ ਹੁੰਦੀ ਹੈ ਨਾ, ਉਹਨੇ ਕੀ ਖਾਣਾ। ਸੋ ਸਾਰੇ ਦੇਸ਼ ਦੀਆਂ ਵਿਧਾਨ ਸਭਾਵਾਂ ਆਪਣੇ ਸੂਬੇ ਦੇ ਹਿਸਾਬ ਨਾਲ ਖੇਤੀ ਕਾਨੂੰਨ ਬਣਾ ਸਕਦੀਆਂ ਨੇ। ਗਗਨ ਜੀ, ਸਾਰੇ ਮੁਲਕ ਜੇ ਰੌਲਾ ਦੱਬੈ ਰਿਹਾ ਕਿ ਖੇਤੀ ਕਾਨੂੰਨ ਬਣਾਉਣਾ ਸੂਬੇ ਦਾ ਹੱਕ ਹੈ, ਤੇ ਸੂਬਾ ਫਿਰ ਵਿਧਾਨ ਸਭਾ ਹੀ ਹੈ ਨਾ। ਜੇ ਪੂਰੇ ਮੁਲਕ 'ਚ ਖੇਤੀ ਕਾਨੂੰਨ ਬਣਾਉਣਾ ਸੂਬਿਆਂ ਦਾ ਹੱਕ ਹੈ, ਤੇ ਫਿਰ ਵਿਧਾਨ ਸਭਾਵਾਂ 'ਚ ਕਾਨੂੰਨ ਬਣਨੇ ਚਾਹੀਦੇ ਨੇ ਸਾਰੇ ਮੁਲਕ ਦੀਆਂ। ਬਣਾਓ ਆਪਣੇ ਆਪਣੇ ਕਾਨੂੰਨ, ਫਿਰ ਉਹ 'ਚ ਤਾਂ ਕੋਈ ਰੋਕ ਹੀ ਨਹੀਂ ਸਕਦਾ ਤੁਹਾਨੂੰ। ਤੇ ਜੇ ਪੰਜਾਬ 'ਚ ਬਣੇ, ਪਾਸ ਹੋਏ, ਸੋਧ ਮਤੇ ਵੀ ਪਾਸ ਹੋਏ, ਤੇ ਉਹਨਾਂ ਦੀ ਪੈਰਵਾਈ ਕਰੋ ਵੀ ਇਹਨਾਂ ਨੂੰ ਪਾਸ ਤਾਂ ਕਰਕੇ ਦਿਓ ਜੀ। ਜਦ ਤੱਕ ਉਹ ਗਵਰਨਰ ਸਾਹਿਬ ਦਸਤਖਤ ਨਹੀਂ ਕਰਦੇ, ਉਹ ਕਾਨੂੰਨ ਨਹੀਂ ਬਣਨੇ। ਉਹ ਬਿੱਲ ਪਾਸ ਹੋਏ ਨੇ, ਖਰੜੇ ਮਤੇ ਪਾਸ ਹੋਏ ਨੇ। ਹੁਣ ਜਿਹੜੇ ਕੇਂਦਰ ਵਾਲੇ ਕਾਨੂੰਨਾਂ 'ਚ ਸੋਧ ਹੈ, ਉਹ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਨੂੰ ਭੇਜ ਦੇਣੀ ਹੈ। ਉਹ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਨੂੰ ਭੇਜੀ ਨਹੀਂ। ਸੋ ਰੇੜਕੇ ਨੂੰ ਸਮਝਣ ਦੀ ਜ਼ਰੂਰਤ ਹੈ। ਤੇ ਢਿੱਲੋਂ ਸਾਹਿਬ, ਉਧਰ ਜੇ ਹੁਣ ਨਗਰ ਨਿਗਮ ਚੋਣਾਂ ਤੋਂ ਬਾਅਦ ਸਿਆਸੀ ਤਸਵੀਰ ਦੀ ਪੰਜਾਬ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਚਰਚਾਵਾਂ 'ਚ ਨੇ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੁਖਬੀਰ ਬਾਦਲ ਦੀ ਗੱਲ ਕਰ ਲਈਏ, ਜਾਂ ਉਧਰ ਭਗਵੰਤ ਮਾਨ ਨੂੰ ਲੈ ਕੇ ਆਪ ਦੇ ਵਿੱਚ ਰੇੜਕਾ ਹੈ। ਕਿਹੋ ਜਿਹੀ ਤਸਵੀਰ ਪੰਜਾਬ ਦੀ ਆਉਣ ਵਾਲੀ 2022 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੀ ਤੁਸੀਂ ਵੇਖ ਰਹੇ ਹੋ? ਦੇਖੋ, ਤੁਸੀਂ ਬੜਾ ਅਹਿਮ ਸਵਾਲ ਕੀਤਾ। ਸਿਆਸਤ ਦੀ ਤਸਵੀਰ ਅਸਲ ਜਿਹੜੀ ਪੰਜਾਬ 'ਚ ਬਣਨੀ ਹੈ ਨਾ 2022 ਦੀ, ਉਹ ਬਣਨੀ ਹੈ ਕਿਸਾਨ ਅੰਦੋਲਨ ਦੇ ਨਤੀਜੇ ਦੇ ਨਾਲ। ਕਿਸਾਨ ਅੰਦੋਲਨ ਦਾ ਨਤੀਜਾ 1 ਮਹੀਨੇ 'ਚ ਆ ਜਾਏ, 2 ਮਹੀਨੇ 'ਚ ਆ ਜਾਏ, 4 ਮਹੀਨਿਆਂ 'ਚ, 6 ਮਹੀਨਿਆਂ 'ਚ। ਜਿਹੜੀਆਂ ਵੋਟਾਂ ਮੈਨੂੰ ਆਸ ਹੈ ਫਰਵਰੀ 2021 'ਚ ਪੈਣੀਆਂ, 22 'ਚ ਅਗਲੇ ਸਾਲ, ਪੰਜਾਬ ਦੀ ਸਿਆਸੀ ਤਸਵੀਰ ਉਹਦੀ 22 ਵਾਲੀਆਂ ਵੋਟਾਂ ਦੀ ਕਿਸਾਨ ਅੰਦੋਲਨ ਦੇ ਨਤੀਜੇ ਨੇ ਤੈਅ ਕਰਨੀ ਹੈ। ਬਾਕੀ ਹਾਲ ਦੀ ਘੜੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਕਾਂਗਰਸ 'ਚ ਬਹੁਤ ਸਾਰਾ ਮੀਡੀਆ 'ਚ, ਜਿਵੇਂ ਤੁਸੀਂ ਸਵਾਲ ਕਰਦੇ ਹੋ ਬਾਰ-ਬਾਰ, ਕੈਪਟਨ ਵਰਸਸ ਸਿੱਧੂ ਹੋ ਰਿਹਾ। ਦੇਖੋ, ਕਿਤੇ ਨਾ ਕਿਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਪਤਾ ਹੈ ਕਿ ਸਿੱਧੂ ਬਿਨਾਂ ਵੀ ਗੁਜ਼ਾਰਾ ਨਹੀਂ 2022 ਦੀਆਂ ਚੋਣਾਂ 'ਚ। ਸਿੱਧੂ ਬਿਨਾਂ ਵੀ ਗੁਜ਼ਾਰਾ ਨਹੀਂ, ਕਿਉਂਕਿ ਸਿੱਧੂ ਅੱਜ ਵੀ ਇੱਕ ਅਜਿਹਾ ਚਿਹਰਾ ਜਿਹਨੂੰ ਪੰਜਾਬ 'ਚ ਵੱਡੀ ਗਿਣਤੀ ਲੋਕ ਮੁੱਖ ਮੰਤਰੀ ਦੇ ਤੌਰ ਤੇ ਪਸੰਦ ਕਰ ਰਹੇ ਨੇ। ਬਿਨਾਂ ਐਲਾਨ ਤੋਂ ਪਿੰਡਾਂ ਦੀਆਂ ਸੱਥਾਂ ਤੇ ਚੱਲ ਜਾਓ, ਪਿੱਪਲਾਂ ਦੇ ਥੱਲੇ ਚੱਲ ਜਾਓ, ਸਿੱਧੂ ਨੂੰ ਲੋਕ ਅੱਜ ਵੀ ਬਤੌਰ ਮੁੱਖ ਮੰਤਰੀ ਪਸੰਦ ਕਰਦੇ ਨੇ, ਜੇ ਉਹ ਉਮੀਦਵਾਰ ਬਣਾਵੇ ਕਾਂਗਰਸ। ਦੂਸਰੀ ਗੱਲ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਸਿੱਧੂ ਤੇ ਕੈਪਟਨ 'ਚ ਕੋਈ ਨਵਾਂ ਸਮਝੌਤਾ ਹੋਵੇ। ਦੇਖੋ, ਇੱਕ ਸਮਝੌਤਾ ਤਾਂ ਕਿਤੇ ਨਾ ਕਿਤੇ ਗੁਪਤ ਸਮਝੌਤਾ ਹੋ ਚੁੱਕਿਆ। ਸਿੱਧੂ ਦੀ ਕਿਸਮਤ ਦਾ ਫੈਸਲਾ ਕਾਂਗਰਸ ਕਰ ਚੁੱਕੀ ਹੈ, ਐਲਾਨ ਬਾਕੀ ਹੈ। ਮੈਨੂੰ ਉਮੀਦ ਹੈ ਸਿੱਧੂ ਨੂੰ ਪ੍ਰਧਾਨ ਬਣਾਊਗੀ ਕਾਂਗਰਸ ਪੰਜਾਬ 'ਚ, ਕਾਂਗਰਸ ਦਾ ਐਲਾਨ ਪ੍ਰਧਾਨ ਦੇ ਤੌਰ ਤੇ, ਔਰ ਸੁਨੀਲ ਜਾਖੜ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ। ਔਰ ਇਹ ਚਾਹਿਆ ਜਾਊਗਾ ਕਿ ਅਗਲੀ ਵਾਰੀ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਸੁਨੀਲ ਜਾਖੜ ਵੀ ਕਾਬਲ ਕੈਬਨਿਟ ਮੰਤਰੀ ਦੇ ਤੌਰ ਤੇ ਅੱਗੇ ਆਉਣ। ਦੂਸਰੀ ਗੱਲ, ਕੈਪਟਨ ਅਮਰਿੰਦਰ ਤੇ ਸਿੱਧੂ ਦੋਵੇਂ ਇਸ ਵਕਤ ਕਾਂਗਰਸ ਦੇ ਵਿੱਚ ਵੱਡਾ ਕੱਦ ਰੱਖਦੇ ਨੇ। ਦੋਵਾਂ ਦੇ ਵਿੱਚ ਤਾਕਤ ਹੈ ਕਿ ਉਹ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਆਪਣਾ ਸਿੱਕਾ ਸਾਬਤ ਕਰ ਸਕਣ। ਹੁਣ ਜਿੱਥੋਂ ਤੱਕ ਰਹੀ ਕੈਪਟਨ ਅਮਰਿੰਦਰ ਦੀ ਗੱਲ, ਕੈਪਟਨ ਅਮਰਿੰਦਰ ਇਹਨਾਂ ਖੇਤੀ ਕਾਨੂੰਨਾਂ ਨਾਲ ਕੋਈ ਸ਼ੱਕ ਨਹੀਂ ਤਕੜੇ ਹੋਏ ਨੇ, ਪਰ ਮੈਂ ਫਿਰ ਉਹੀ ਕਹਿਣਾ, ਅਗਰ ਖੇਤੀ ਕਾਨੂੰਨ ਮਹੀਨੇ 'ਚ ਨਿਬੜ ਗਿਆ ਮਸਲਾ, 2 ਮਹੀਨੇ 'ਚ ਨਿਬੜ ਗਿਆ ਮਸਲਾ, ਤਾਂ ਪੁਰਾਣੇ ਸਾਰੇ ਮਸਲੇ ਨੇ ਜਿਹੜੇ ਅਗਲੇ 8 ਮਹੀਨੇ ਉਹ ਫਿਰ ਖੜੇ ਹੋ ਜਾਣੇ ਨੇ। ਸੋ ਅਗਰ ਖੇਤੀ ਕਾਨੂੰਨਾਂ ਦਾ ਮਸਲਾ ਜ਼ਿਆਦਾ ਲੰਬਾ ਚੱਲਿਆ, ਚੋਣਾਂ ਤੱਕ ਚੱਲ ਗਿਆ, ਫਿਰ ਸਥਿਤੀਆਂ ਵੱਖਰੀਆਂ ਹੋਣਗੀਆਂ। ਸੋ ਅਗਰ 2-3 ਮਹੀਨਿਆਂ 'ਚ ਖੇਤੀ ਕਾਨੂੰਨਾਂ ਦਾ ਮਸਲਾ ਨਿਬੜ ਗਿਆ ਤੇ ਕੈਪਟਨ ਅਮਰਿੰਦਰ ਕੋਲੇ ਹਜੇ 1 ਸਾਲ ਪਿਆ, ਤੇ 3 ਮਹੀਨਿਆਂ ਤੋਂ ਬਾਅਦ ਜਿਹੜੇ ਅਗਲੇ 9 ਮਹੀਨੇ ਨੇ, ਉਹ ਜਿਹੜੇ 9 ਮਹੀਨੇ ਨੇ ਉਹਨਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਸਾਰੇ ਪੁਰਾਣੇ ਮਸਲੇ ਉਭਾਰਨੇ ਨੇ, ਭਾਵੇਂ ਅਕਾਲੀ ਦਲ ਹੈ ਭਾਵੇਂ ਆਪ ਨੇ। ਇਸ ਕਰਕੇ ਹਜੇ ਇਹਨਾਂ ਨਗਰ ਨਿਗਮਾਂ ਦੀਆਂ, ਕਾਰਪੋਰੇਸ਼ਨ ਕੌਂਸਲਾਂ ਦੀਆਂ ਚੋਣਾਂ ਦੀ ਜਿੱਤ ਦੇ ਨਾਲ ਸਿੱਧੇ ਤੌਰ ਤੇ ਮੈਂ ਇਹ ਨਹੀਂ ਮੰਨ ਸਕਦਾ ਵੀ ਕੈਪਟਨ ਅਮਰਿੰਦਰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਦੁਬਾਰਾ ਕਾਂਗਰਸ ਨੂੰ ਜਿੱਤ ਦਵਾ ਕੇ ਮੁੱਖ ਮੰਤਰੀ ਬਣ ਜੂ। ਹਜੇ ਲੰਬੀ ਸਿਆਸੀ ਲੜਾਈ ਹੋਣੀ ਹੈ। ਜਿੱਥੋਂ ਤੱਕ ਗੱਲ ਰਹਿ ਗਈ ਆਮ ਆਦਮੀ ਪਾਰਟੀ ਦੀ, ਭਾਰਤੀ ਜਨਤਾ ਪਾਰਟੀ ਦੀ, ਅਕਾਲੀ ਦਲ ਦੀ, ਦੇਖੋ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਪੰਜਾਬ 'ਚ, ਕੋਈ ਸ਼ੱਕ ਨਹੀਂ। ਪੰਜਾਬ 'ਚ ਬਹੁਤ ਮਿਹਨਤ ਕਰਨੀ ਪੈਣੀ ਹੈ। ਇਹਨਾਂ ਚੋਣਾਂ ਦੇ ਵਿੱਚ ਵੀ ਮੈਨੂੰ ਕੋਈ ਧਰੁਵੀਕਰਨ ਨਜ਼ਰ ਨਹੀਂ ਆਇਆ ਕਿ ਗੈਰ ਕਿਸਾਨਾਂ ਨੇ ਵੀ ਬੀਜੇਪੀ ਨੂੰ ਵੋਟਾਂ ਪਾਤੀਆਂ ਹੋਣ। ਉਨੀਆਂ ਵੋਟਾਂ ਨਹੀਂ ਪਈਆਂ ਬੀਜੇਪੀ ਨੂੰ। ਸਨੀ ਦਿਓਲ ਦਾ ਤਾਂ ਸਿਆਸੀ ਨਲਕਾ ਹੀ ਪਟਿਆ ਗਿਆ ਉੱਥੋਂ, ਗੁਰਦਾਸਪੁਰ 'ਚੋਂ, ਜਿਹੜਾ ਗਦਰ ਫਿਲਮ ਵਾਲਾ ਸੀ। ਕਈ ਅਖਬਾਰਾਂ ਨੇ ਫੋਟੋਆਂ ਹੀ ਛਾਪੀਆਂ ਨੇ, ਕੈਪਟਨ ਅਮਰਿੰਦਰ ਆਪਣੇ ਹੱਥਾਂ 'ਚ ਹੀ ਉਹ ਗਦਰ ਵਾਲਾ ਨਲਕਾ ਚੱਕੀ ਫਿਰਦਾ। ਅਖਬਾਰਾਂ ਨੇ ਦਿਖਾਇਆ, ਕੈਪਟਨ ਆਪ ਤਾਂ ਨਹੀਂ ਪੱਟਣ ਗਿਆ, ਅਖਬਾਰ ਵਾਲੇ ਹੱਥਾਂ 'ਚ ਦਿਖਾ ਦਿੰਦੇ। ਮੀਡੀਆ ਵੀ ਬਹੁਤ ਕੁਝ ਕਰ ਦਿੰਦਾ ਸਾਡੇ ਮੁਲਕ ਦਾ, ਪਰ ਗੁਰਦਾਸਪੁਰ 'ਚ ਸਨੀ ਦਿਓਲ ਆਇਆ ਨਹੀਂ। ਦੇਖੋ ਕਿੱਡੀ ਨਮੋਸ਼ੀ ਵਾਲੀ ਗੱਲ ਹੈ ਬੀਜੇਪੀ ਲਈ ਵੀ, ਔਰ ਉਹਨਾਂ ਲੋਕਾਂ ਲਈ
ਆ ਜਿਹੜੇ ਹੁਣ ਚੋਣਾਂ 'ਚ ਲੜੇ ਗੁਰਦਾਸਪੁਰ 'ਚ ਜ਼ਿਲ੍ਹੇ 'ਚ, ਉਹਨਾਂ ਨੇ ਸਨੀ ਦਿਓਲ ਲਈ ਕਿਵੇਂ ਵੋਟਾਂ ਮੰਗੀਆਂ ਹੋਣੀਆਂ, ਦਿਨ ਰਾਤ ਇੱਕ ਕਰਤੀ ਹੋਣੀ। ਮੈਂ ਕਿਹਾ ਉਹਨਾਂ ਨੇ ਦਿਨ ਰਾਤ ਇੱਕ ਕਰਤੀ ਹੋਣੀ ਹੈ ਸਨੀ ਦਿਓਲ ਦੀਆਂ ਤਾਰੀਫਾਂ ਕਰਦਿਆਂ ਨੂੰ, ਵੀ ਸਨੀ ਦਿਓਲ ਬੜਾ ਕਾਬਲ ਹੈ ਭਾਈ, ਸਨੀ ਦਿਓਲ ਨੂੰ ਪਾ ਦਿਓ ਵੋਟਾਂ, ਮੋਦੀ ਸਾਹਿਬ ਦੇ ਬਹੁਤ ਨੇੜੇ ਹੈ, ਗੁਰਦਾਸਪੁਰ ਦਾ ਕਰ ਦੂਗਾ ਭਲਾ। ਜਿਵੇਂ ਵਿਨੋਦ ਖੰਨੇ ਨੂੰ ਪੁਲਾਂ ਦਾ ਲੀਡਰ ਕਹਿੰਦੇ ਆ ਨਾ, ਸਨੀ ਦਿਓਲ ਵੀ ਉਦੋਂ ਕਹਿੰਦਾ ਸੀ ਵੀ ਮੈਂ ਕਰਕੇ ਦਿਖਾਉਣ 'ਚ ਭਰੋਸਾ ਰੱਖਦਾ। ਕੋਈ ਪ੍ਰੈਸ ਨੋਟ ਹੀ ਸਨੀ ਦਿਓਲ ਸਾਹਿਬ ਜਾਰੀ ਕਰ ਦਿਓ, ਕਿੰਨਾ ਕੁ ਕੁਛ ਕਰਤਾ। ਇਹ 2-4 ਕੁ ਫੈਸਲੇ ਤਾਂ ਕੀਤੇ ਹੀ ਹੋਣਗੇ ਖੈਰ, ਪਰ ਐਡਾ ਵੱਡਾ ਉਦੋਂ ਹਾਦਸਾ ਹੋਇਆ ਸੀ, ਉਦੋਂ ਸਨੀ ਦਿਓਲ ਪਤਾ ਲੈਣ ਆ ਗਿਆ ਸੀ, ਦੇਖੋ ਕੁਝ ਦਿਨਾਂ ਬਾਅਦ ਹੀ, ਜਾਂ ਦੂਜੇ ਤੀਜੇ ਦਿਨ ਆ ਗਿਆ ਸੀ, ਮੈਨੂੰ ਹੁਣ ਦਿਨ ਪੂਰੇ ਯਾਦ ਨਹੀਂ, ਪਰ ਉਦੋਂ ਪਤਾ ਲੈਣ ਆ ਗਿਆ ਸੀ ਇੱਕ ਵਾਰੀ। ਚਲੋ ਇੰਨਾ ਹੀ ਬਹੁਤ ਹੈ, ਪਰ ਇਹਦੇ ਨਾਲ ਜ਼ਿੰਮੇਵਾਰੀ ਨਹੀਂ ਨਾ ਖਤਮ ਹੁੰਦੀ। ਹਾਂਜੀ, ਸਾਲ 'ਚ ਘੱਟੋ ਘੱਟ ਸਨੀ ਦਿਓਲ ਕਿੰਨੇ ਗੇੜੇ ਲਾਉਂਦਾ ਕਿਸੇ ਨੂੰ ਨਹੀਂ ਪਤਾ। ਮੈਨੂੰ ਲੱਗਦਾ ਇਹਦੇ 'ਤੇ ਵੀ ਕਿਸੇ ਨਾ ਕਿਸੇ ਨੇ RTI ਲਾ ਦੇਣੀ ਵੀ ਸਨੀ ਦਿਓਲ ਸਾਹਿਬ ਦੱਸ ਦਿਓ ਵੀ ਆਪਣੇ ਸੰਸਦੀ ਖੇਤਰ 'ਚ ਕਿੰਨੇ ਦਿਨ ਰਹੇ ਹੋ, ਕਿੰਨੇ ਦਿਨ ਸੁੱਤੇ ਹੋ। ਉਦੋਂ ਕਹਿੰਦੇ ਸੀ ਨਾ ਸਨੀ ਦਿਓਲ ਸਾਹਿਬ ਵੀ ਇੱਥੇ ਹੀ ਰਹਿਣਗੇ, ਮਕਾਨ ਵੀ ਲੈ ਲੈਣਗੇ। ਲੀਡਰ ਚੋਣਾਂ ਤੋਂ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ। ਹਾਂਜੀ, ਚੋਣਾਂ ਤੋਂ ਪਹਿਲਾਂ ਤਾਂ ਚੰਦਰਮਾ 'ਤੇ ਵੀ ਪਲਾਟ ਲੈ ਕੇ ਦੇ ਦਿੰਦੇ ਨੇ ਲੀਡਰ, ਵੀ ਡੱਲਾ ਜੀ ਤੁਹਾਨੂੰ ਚੰਦਰਮਾ 'ਤੇ ਹੀ ਪਲਾਟ ਲੈ ਦਾਂਗੇ, ਚਿੰਤਾ ਨਾ ਕਰੋ, ਵੀ ਤੁਹਾਡਾ ਮਕਾਨ ਹੈ ਨਹੀਂ ਆਪਣਾ। ਹਾਂਜੀ, ਸੋ ਇਸ ਕਰਕੇ ਲੀਡਰਾਂ ਦੇ ਜਿਹੜੇ ਚੋਣਾਂ ਤੋਂ ਪਹਿਲਾਂ ਦੇ ਐਲਾਨ ਹੁੰਦੇ ਨੇ, ਉਹ ਬਾਅਦ ਦੇ ਵਿੱਚ ਹਮੇਸ਼ਾ ਸੁਣਨੇ ਚਾਹੀਦੇ ਨੇ ਲੋਕਾਂ ਨੂੰ। ਰੋਜ਼ ਸੁਣ ਲਓ, ਰੋਜ਼ ਹੀ ਸੁਣ ਲਓ। ਮੋਬਾਈਲ 'ਚ ਅੱਜ ਕੱਲ੍ਹ ਤਾਂ ਭਰ ਕੇ ਰੱਖੇ ਜਾਂਦੇ, ਕੋਈ ਇੱਕ ਭਾਸ਼ਣ ਰੱਖ ਲਓ ਲੀਡਰਾਂ ਦਾ, ਸਾਰੇ ਇੱਕੋ ਜਿਹੇ ਭਾਸ਼ਣ ਹੁੰਦੇ ਨੇ। ਮੈਂ ਇਹੋ ਜਿਹੇ ਲੀਡਰ ਵੀ ਦੇਖੇ ਨੇ ਚੋਣਾਂ ਤੋਂ ਪਹਿਲਾਂ ਕਈ, ਜਿਹੜੇ ਧੱਕੇ ਨਾਲ ਗੋਡੀ ਪਈ ਜਾਂਦੇ ਬਜ਼ੁਰਗਾਂ ਦੇ, ਬੀਬੀਆਂ ਦੇ, ਮਾਤਾਵਾਂ ਦੇ, ਬਾਅਦ ਦੇ ਵਿੱਚ ਕੰਮ ਕਰਦੇ ਨੇ ਬਜ਼ੁਰਗਾਂ ਦੇ। ਚੋਣਾਂ ਤੋਂ ਪਹਿਲਾਂ ਧੱਕੇ ਨਾਲ ਹੀ ਗੋਡੀ ਪਈ ਜਾਣਗੇ। ਬਜ਼ੁਰਗ ਬੜੇ ਖੁਸ਼ ਹੁੰਦੇ ਨੇ ਵੀ ਮੁੰਡਾ ਬੜਾ ਬੀਬਾ ਜੀ, ਇਹ ਤਾਂ ਗੋਡੀ ਹੱਥ ਲਾਉਂਦਾ ਜੀ, ਬੜੀ ਇੱਜ਼ਤ ਕਰਦਾ ਹੈ ਜੀ। ਉਹ ਦਿਖਾਵੇ ਦੀ ਇੱਜ਼ਤ ਹੁੰਦੀ ਕਈ ਵਾਰ, ਤਾਂ ਕਈ ਵਾਰੀ ਸੱਚੇ ਵੀ ਲਾਉਂਦੇ ਹੋਣੇ ਗੋਡੀ ਹੱਥ। ਹੁਣ ਇਸ ਕਰਕੇ ਹੁਣ ਸਨੀ ਦਿਓਲ ਨੇ ਜੋ ਕੀਤਾ, ਜਿਹੜੇ BJP ਵਾਲੇ ਵਰਕਰ ਨੇ ਉਹ ਬੜੇ ਨਾਖੁਸ਼ ਹੋਣਗੇ ਵੀ ਸਾਡੇ ਨਾਲ ਹੋ ਕੀ ਗਿਆ ਹੈ ਜੀ। ਸੋ ਇਸ ਕਰਕੇ ਸਨੀ ਦਿਓਲ ਨੂੰ ਆਉਣਾ ਚਾਹੀਦਾ ਗੁਰਦਾਸਪੁਰ। ਇਹਨਾਂ ਸਾਰੇ ਲੋਕਾਂ ਲਈ ਵੋਟਾਂ ਮੰਗਦਾ ਨਾ ਸਨੀ ਦਿਓਲ, ਇਹ ਸਾਰਿਆਂ ਨੇ ਸਨੀ ਦਿਓਲ ਲਈ ਵੋਟਾਂ ਮੰਗੀਆਂ ਸੀ ਹੈ ਜੀ। ਹੁਣ ਆਉਂਦਾ ਇਹਨਾਂ ਲਈ ਵੋਟਾਂ ਮੰਗਦਾ, ਘਰ ਘਰ ਗਲੀ ਗਲੀ ਜਾ ਕੇ ਕਹਿੰਦਾ ਵੀ ਦੇਖੋ ਮੈਂ ਕਿੰਨੇ ਵਾਅਦੇ ਪੂਰੇ ਕਰਤੇ, ਹੁਣ ਇਹਨਾਂ ਨੂੰ ਵੀ ਵੋਟਾਂ ਪਾ ਦਿਓ, ਇਹਨਾਂ ਨੇ ਵੀ ਕਰ ਦੇਣੇ ਰਹਿੰਦੇ ਖੁੰਦੇ। ਸੋ BJP ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਪੂਰੇ ਪੰਜਾਬ 'ਚ। ਵਿੱਚ ਜੇ ਗੱਲ ਤੁਰੀ ਸੀ ਇੱਕ ਵਾਰੀ, ਕਹਿੰਦੇ ਜੀ ਸਨੀ ਦਿਓਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਤਾ ਨਾ ਜੀ, ਪੰਜਾਬ 'ਚ ਸਾਰਿਆਂ ਦਾ ਸਫਾਇਆ ਹੋ ਜੂ। ਲੈ ਹੁਣ ਨਹੀਂ ਹੁੰਦਾ, ਹੁਣ ਕਰੋ ਸਨੀ ਦਿਓਲ ਦਾ ਨਾਮ ਮੁੱਖ ਮੰਤਰੀ ਦੇ ਤੌਰ ਤੇ ਐਲਾਨ ਹੈ ਜੀ। ਸਨੀ ਦਿਓਲ ਕਾਬਲ ਹੈ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਗੱਲ ਇਹ ਹੈ ਵੀ ਸਿਆਸਤ 'ਚ ਤੁਹਾਨੂੰ ਲੋਕਾਂ 'ਚ ਵਿਚਰਨਾ ਪੈਂਦਾ, ਘਰੇ ਬਹਿ ਕੇ ਸਿਆਸਤ ਨਹੀਂ ਹੁੰਦੀ। ਤੁਸੀਂ ਆਪਣੇ ਲੋਕ ਸਭਾ ਸੰਸਦੀ ਸੀਟ ਦਾ ਸਾਰਾ ਕੰਮ ਕਹੋ ਵੀ ਅਸੀਂ ਮੁੰਬਈ 'ਚ ਬਹਿ ਕੇ ਕਰੀ ਚੱਲਾਂਗੇ ਰੋਜ਼, ਹੋ ਸਕਦਾ ਹੈ। ਐਂ ਤਾਂ ਬੱਚੇ ਨੂੰ ਸਕੂਲ ਜਾਣ ਦੀ ਲੋੜ ਨਹੀਂ, ਘਰੇ ਬਹਿ ਕੇ ਪੜ੍ਹੀ ਜਾਵੇ, ਪਰ ਫਿਰ ਵੀ ਉਹ ਸਕੂਲ ਜਾਂਦਾ ਨਾ ਜੀ, ਹੈ ਗਦੇ। ਅਸੀਂ ਸਟੂਡੀਓ 'ਚ ਆ ਕੇ ਪ੍ਰੋਗਰਾਮ ਦੀ ਰਿਕਾਰਡਿੰਗ ਕਰਦੇ ਹਾਂ ਨਾ, ਹੈ ਜੀ। ਅਸੀਂ ਕਿਰਾਏ ਵਾਲੇ ਕਮਰੇ 'ਚ ਵੀ ਕਰ ਸਕਦੇ ਹਾਂ, ਜਿੱਥੇ ਰਹਿੰਦੇ ਹਾਂ ਉੱਥੇ ਵੀ ਕਰ ਸਕਦੇ ਹਾਂ ਨਾ, 2 ਕੁਰਸੀਆਂ ਲਾ ਕੇ ਬਹਿਣਾ ਹੀ ਆ। ਫਿਰ ਅਸੀਂ ਸਟੂਡੀਓ 'ਚ ਕਿਉਂ ਆਉਂਦੇ ਹਾਂ ਹੈ ਜੀ। ਫਿਰ ਆ ਮੋਦੀ ਸਾਹਿਬ ਐਡੀ ਵੱਡੀ ਪਾਰਲੀਮੈਂਟ ਕਿਉਂ ਬਣਾ ਰਹੇ ਆ ਨਵੀਂ, ਜੇ ਪੁਰਾਣੀ 'ਚ ਹੀ ਕੰਮ ਚੱਲਦਾ ਹੁੰਦਾ। ਸੋ ਇਸ ਕਰਕੇ ਜੇ ਪਾਰਲੀਮੈਂਟ ਦੀ ਸੀਟ ਤੁਹਾਡੀ ਮੁੰਬਈ ਬਹਿ ਕੇ ਚੱਲ ਸਕਦੀ ਹੁੰਦੀ ਤੇ ਅੱਜ ਤੁਹਾਡੇ ਹਲਕੇ 'ਚ ਲੋਕ ਜਿੱਤੇ ਹੁੰਦੇ ਸਨੀ ਦਿਓਲ ਸਾਹਿਬ, ਇੰਨਾ ਮਾੜਾ ਹਾਲ ਨਾ ਹੁੰਦਾ। ਮੈਨੂੰ ਪੂਰਾ ਭਰੋਸਾ ਸਨੀ ਦਿਓਲ ਆ ਕੇ ਉੱਥੇ ਖੜਾ ਹੋ ਜਾਂਦਾ ਕਿਸਾਨਾਂ ਦੇ ਹੱਕ 'ਚ ਜਾਂ ਲੋਕਾਂ ਦੇ ਹੱਕ 'ਚ, ਲੈ BJP ਨੂੰ ਵੋਟਾਂ ਪੈ ਜਾਣੀਆਂ ਸੀ। ਭਾਜੀ ਪ੍ਰਿੰਸੀਪਲ ਛੁੱਟੀ ਤੇ ਹੋਵੇ ਨਾ ਸਕੂਲ ਦਾ ਜੀ, ਉਦਣ ਵਿਦਿਆਰਥੀਆਂ ਨੂੰ ਐਂ ਲੱਗਦਾ ਵੀ ਸਾਰਾ ਦਿਨ ਹੀ ਰਿਸੈਸ ਚੱਲੀ ਜਾਂਦੀ, ਅੱਧੀ ਛੁੱਟੀ ਚੱਲੀ ਜਾਂਦੀ, ਜਿਹਦਾ ਜਦੋਂ ਜੀ ਕਰਦਾ ਉੱਠ ਕੇ ਤੁਰ ਜਾਂਦਾ ਜੀ। ਟੀਚਰ ਵੀ ਥੋੜੇ ਜਿਹੇ ਢਿੱਲੇ ਹੋ ਜਾਂਦੇ ਵੀ ਚਲੋ ਐਡੀ ਸਖਤੀ ਰੋਜ਼ ਹੁੰਦੀ ਹੈ, ਕੋਈ ਨਹੀਂ ਚਲੋ। ਸੋ ਇਸ ਕਰਕੇ ਜਿਹੜਾ ਇੱਕ ਰਵਾਇਤ ਪਰੰਪਰਾ ਹੈ, ਸਨੀ ਦਿਓਲ ਨੂੰ ਪ੍ਰਚਾਰ ਕਰਨਾ ਚਾਹੀਦਾ ਸੀ। ਆ ਕੇ ਪ੍ਰਚਾਰ ਨਹੀਂ ਕੀਤਾ ਸਨੀ ਦਿਓਲ ਨੇ, ਮੈਂ ਬੜਾ ਹੈਰਾਨ। ਹੋ ਸਕਦਾ ਇੱਕ ਤਾਂ ਦਿਨ ਆਇਆ ਹੋਵੇ, ਮੈਨੂੰ ਪਤਾ ਹੀ ਨਾ ਲੱਗਿਆ ਹੋਵੇ, ਮੈਨੂੰ ਦੱਸ ਦਿਓ ਜੀ ਆਇਆ ਹੋਇਆ ਤਾਂ ਆਪਾਂ ਮਾਫੀ ਮੰਗ ਕੇ ਕੱਲ ਦੱਸ ਦਿਆਂਗੇ ਵੀ ਸਨੀ ਦਿਓਲ ਸਾਹਿਬ ਆਏ ਸੀ, ਪ੍ਰਚਾਰ ਕਰਕੇ ਗਏ ਨੇ ਕਾਰਪੋਰੇਸ਼ਨ ਦੀਆਂ ਇਹਨਾਂ ਚੋਣਾਂ 'ਚ, ਨਗਰ ਨਿਗਮਾਂ 'ਚ, ਤੇ ਮੇਰੇ ਤੋਂ ਗਲਤੀ ਹੋ ਗਈ, ਫਿਰ ਆਪਾਂ ਕੱਲ ਕਹਿ ਦਿਆਂਗੇ। ਸੋ ਚਲੋ ਸਨੀ ਦਿਓਲ ਸਾਹਿਬ ਨਗਰ ਨਿਗਮ ਚੋਣਾਂ ਦੇ ਵਿੱਚ ਬੇਸ਼ੱਕ ਨਹੀਂ ਆਏ, ਉਮੀਦ ਕਰਾਂਗੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸਨੀ ਦਿਓਲ ਸਾਹਿਬ ਜ਼ਰੂਰ ਗੁਰਦਾਸਪੁਰ ਦੇ ਵਿੱਚ ਨਜ਼ਰ ਆਉਣ, ਕਿਉਂਕਿ ਮੈਂਬਰ ਪਾਰਲੀਮੈਂਟ ਨੇ ਉੱਥੋਂ। ਤੇ ਡੱਲਾ ਸਾਹਿਬ ਉੱਧਰ ਹੁਣ ਜਾਂਦੇ ਜਾਂਦੇ ਗੱਲਬਾਤ ਕਿਸਾਨੀ ਅੰਦੋਲਨ ਦੇ ਵੱਲ ਲੈ ਕੇ ਚੱਲੀਏ ਤਾਂ ਕੱਲ ਦੇ ਦਿਨ ਤੁਸੀਂ ਕਿੱਦਾਂ ਵੇਖ ਰਹੇ ਹੋ, ਜੋ ਸਾਰਾ
ਵਰਤਾਂਤ ਹੋਇਆ ਹੈ, ਜਿਸ ਤਰ੍ਹਾਂ ਕਿਸਾਨਾਂ ਨੇ ਪੂਰੇ ਦੇਸ਼ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਉਹਨਾਂ ਰੇਲਾਂ ਰੋਕਣ ਤੋਂ ਬਾਅਦ ਇਸ ਦਾ ਅਸਰ ਸਰਕਾਰ ਵਾਲੇ ਪੱਖ ਤੇ ਕਿਦਾਂ ਦਾ ਪੈ ਰਿਹਾ ਤੇ ਕਿਸਾਨੀ ਅੰਦੋਲਨ ਦੇ ਉੱਤੇ ਕਿਦਾਂ ਦਾ ਪੈ ਰਿਹਾ? ਦੇਖੋ, ਕਿਸਾਨ ਅੰਦੋਲਨ ਤਾਂ ਸੰਗਠਿਤ ਹੋ ਰਿਹਾ ਜੀ। ਪੰਜਾਬ 'ਚ ਬੜਾ ਪ੍ਰਭਾਵੀ ਰਿਹਾ, ਰਾਜਸਥਾਨ 'ਚ, ਬਿਹਾਰ 'ਚ ਵੀ ਕਈ ਥਾਂ ਰੇਲਾਂ ਰੋਕੀਆਂ ਗਈਆਂ, ਉੱਤਰ ਪ੍ਰਦੇਸ਼ 'ਚ ਵੀ ਕਈ ਥਾਂ ਰੇਲਾਂ ਰੋਕੀਆਂ ਗਈਆਂ। ਹਾਲਾਂਕਿ ਆਉਣ ਵਾਲੇ ਸਮੇਂ 'ਚ ਵੱਖ-ਵੱਖ ਥਾਵਾਂ ਤੇ ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੁੰਦੀ, ਰੇਲਵੇ ਪੁਲਿਸ ਹੁੰਦੀ ਹੈ, ਉਹ ਕਾਰਵਾਈ ਵੀ ਕਰ ਸਕਦੀ ਹੈ ਕਿ ਤੁਸੀਂ ਟਰੈਕ ਰੇਲਾਂ ਦੇ ਰੋਕੇ। ਉਹ ਇੱਕ ਵੱਖਰਾ ਇਸ਼ੂ ਹੈ, ਹੋ ਸਕਦਾ ਕਿਤੇ ਹੋਈ ਵੀ ਹੋਵੇ, ਮੇਰੀ ਜਾਣਕਾਰੀ 'ਚ ਨਹੀਂ। ਪਰ ਕਿਸਾਨਾਂ ਨੇ ਜਿਹੜਾ ਇਹ ਪ੍ਰੋਗਰਾਮ ਦਿੱਤਾ ਸੀ, ਕਿਸਾਨਾਂ ਨੂੰ ਇਸ ਪ੍ਰੋਗਰਾਮ ਤੋਂ ਬਾਅਦ, ਰੇਲ ਰੋਕਣ ਦੇ ਪ੍ਰੋਗਰਾਮ ਤੋਂ ਬਾਅਦ ਕਿਸਾਨ ਜ਼ਰੂਰ ਕੋਈ ਹੋਰ ਨਵੇਂ ਪ੍ਰੋਗਰਾਮਾਂ ਦਾ ਐਲਾਨ ਕਰਨਗੇ, ਕਿਉਂਕਿ ਕਿਸਾਨਾਂ ਦੀ ਕੋਸ਼ਿਸ਼ ਹੈ, ਸਾਰੇ ਜਥੇਬੰਦੀਆਂ ਦੀ, ਕਿ ਅਸੀਂ ਸੰਗਠਿਤ ਹੋ ਕੇ ਇਹ ਅੰਦੋਲਨ ਨੂੰ ਅੱਗੇ ਵਧਾਈਏ। ਜਿਵੇਂ ਪੰਜਾਬ ਵਾਲਿਆਂ ਨੇ, ਜਥੇਬੰਦੀਆਂ ਨੇ ਤਾਂ ਪੰਜਾਬ 'ਚ ਮਹਾਪੰਚਾਇਤਾਂ ਰੱਦ ਕਰਤੀਆਂ ਵੀ ਅਸੀਂ ਹੁਣ ਸਿੰਘੂ ਬਾਰਡਰ ਦੇ ਉੱਤੇ ਹੀ ਜ਼ੋਰ ਲਾਵਾਂਗੇ। ਇਸੇ ਤਰ੍ਹਾਂ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ਦੇ ਵਿੱਚ ਇਸ ਅੰਦੋਲਨ ਨੂੰ ਤਕੜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਮੈਂ ਫਿਰ ਚਾਹੂੰਗਾ ਕਿ ਭਾਰਤ ਦੀ ਸਰਕਾਰ ਫਿਰ ਪਹਿਲ ਕਰੇ। ਡੈਮੋਕ੍ਰੇਸੀ ਹੈ, ਕਿਸਾਨ ਵੀ ਆਪਣੇ ਨੇ, ਸਰਕਾਰ ਵੀ ਆਪਣੀ ਹੈ। ਭਾਰਤ ਦੀ ਸਰਕਾਰ ਫਿਰ ਪਹਿਲ ਕਰੇ, ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ ਹੈ। ਕਿਸਾਨ ਔਰ ਸਰਕਾਰਾਂ 'ਚ ਗੱਲਬਾਤ ਹੋ ਕੇ ਜਦ ਤੱਕ ਮਸਲੇ ਦਾ ਹੱਲ ਨਹੀਂ ਨਿਬੜਦਾ, ਤਦ ਤੱਕ ਉਹਦਾ ਮੁਲਕ ਨੂੰ ਵੀ ਨੁਕਸਾਨ ਹੈ, ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਹੈ, ਕਿਸਾਨਾਂ ਦੇ ਅੰਦੋਲਨ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੈ, ਖੇਤੀਬਾੜੀ ਨੂੰ ਨੁਕਸਾਨ ਹੈ, ਉਦਯੋਗ ਕਾਰੋਬਾਰ ਨੂੰ ਨੁਕਸਾਨ ਹੈ। ਦਿੱਲੀ ਜਾਣ ਵਾਲੇ ਲੋਕ ਕਿੰਨੇ ਔਖੇ ਹੋ ਰਹੇ ਨੇ। ਦਿੱਲੀੋਂ ਆਉਣ ਵਾਲੇ ਲੋਕ ਜਿਹੜੇ ਦਿੱਲੀ ਤੋਂ ਚੱਲ ਕੇ ਹਿਮਾਚਲ, ਜੰਮੂ ਕਸ਼ਮੀਰ ਇਹਨਾਂ ਦਿਨਾਂ 'ਚ ਜਾਂਦੇ ਸੀ, ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਖੇਤੀਬਾੜੀ, ਵਪਾਰਕ, ਸਨਅਤ, ਸਾਰੇ ਲੋਕ ਨੇ ਜਿਹੜੇ, ਉਹਨਾਂ ਦਾ ਨੁਕਸਾਨ ਹੋ ਰਿਹਾ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲ ਕਰੇ, ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ ਔਰ ਕਿਸਾਨ ਤੇ ਸਰਕਾਰ ਆਪਸ 'ਚ ਬੈਠ ਕੇ ਗੱਲ ਜ਼ਰੂਰ ਨਿਬੇੜ ਲੈਣ ਤੇ ਮੁਲਕ ਹੈ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਅੱਗੇ ਵਧ ਸਕੇ। ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਹੁਣ ਇੰਨਾ ਹੀ ਹੈ। ਅਗਲੇ ਪ੍ਰੋਗਰਾਮਾਂ ਦੇ ਵਿੱਚ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ ਜੀ।